कामयाबी जो है मिली है। उधर एसजीपीसी के वालों अमृतसर विच प्रैस वार्ता की जा रही, इसदा रुख करांगे। ਇਹਨੂੰ ਅੱਗੇ ਵਧਾਉਣਾ ਚਾਹੀਦਾ ਹੈ, ਨਾ ਕਿ ਸਾਨੂੰ ਇਹਦੇ ਖਿਲਾਫ ਗਲਤ ਬਿਆਨਬਾਜ਼ੀ ਕਰਕੇ ਇਹਦੇ 'ਚ ਗ੍ਰਿਫਤ ਲਾਉਣੀ ਚਾਹੀਦੀ ਆ। ਇਹ ਸਿਆਸਤ ਤੋਂ ਪ੍ਰੇਰਿਤ ਨੇ ਉਹ ਵੀਰ ਬਿੱਟੂ ਸਿੰਘ ਕਾਹਨੇਗੇ ਤੇ ਨਾਲ ਉਹਨਾਂ ਦੇ ਜਿਹੜੇ ਹੋਰ ਸਾਥੀ ਬਹਿ ਕੇ ਕੁਝ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿੰਨੀਆਂ ਜਾਇਦਾਦਾਂ ਨੇ, ਜਿੰਨੀਆਂ ਜ਼ਮੀਨਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਵਧੀਆ ਤਰੀਕੇ ਨਾਲ ਉਹਦਾ ਹਿਸਾਬ ਕਿਤਾਬ ਰੱਖਦੀ ਆ। ਸਾਡੇ ਇਤਿਹਾਸਕ ਗੁਰਦੁਆਰੇ ਜਿੰਨੇ ਬਾਹਰ ਇਹ ਪਹਿਲਾਂ ਲੋਕਲ ਕਮੇਟੀਆਂ ਸਨ ਤੇ ਉਹ ਲੋਕਲ ਕਮੇਟੀਆਂ ਦੀਆਂ ਉਹਨਾਂ ਗੁਰੂ ਘਰਾਂ ਦੀਆਂ ਜਾਇਦਾਦਾਂ ਸਨ। ਤੇਜਾ ਕਲਾਂ, ਡੇਰਾ ਬਾਬਾ ਨਾਨਕ, ਰਮਦਾਸ, ਬਾਬਾ ਬੁੱਢਾ ਸਾਹਿਬ ਰਮਦਾਸ ਜੀ, ਇਹ ਜਿਹੜੀਆਂ ਲੋਕਲ ਕਮੇਟੀਆਂ ਸਨ ਇਹਨਾਂ ਕੋਲ ਸੈਂਕੜੇ ਏਕੜ ਜ਼ਮੀਨਾਂ ਸਨ ਔਰ ਉਦੋਂ 50 ਸਾਲਾਂ ਤੋਂ ਉਹ ਲੋਕਾਂ ਨੇ ਦੱਬੀਆਂ ਸੀ। ਔਰ ਜਦੋਂ ਤੋਂ ਇਹ ਜ਼ਮੀਨਾਂ ਜੋ ਗੁਰਦੁਆਰੇ ਜਿਹੜੇ ਹੈ ਇਹਦੇ ਪ੍ਰਬੰਧ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੈਂ ਮਹਿਸੂਸ ਕਰਦਾ 90-91 ਚ ਆਏ ਆ, ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਹੇ ਜ਼ਮੀਨਾਂ ਦੇ ਕੋਰਟਾਂ 'ਚ ਕੇਸ ਕੀਤੇ ਆ, ਚਾਹੇ ਆਪ ਲੜਕੇ ਕਬਜ਼ੇ ਲਏ ਆ। 1354 ਏਕੜ ਜ਼ਮੀਨ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਬਜ਼ੇ 'ਚ ਕੀਤੀ ਆ। ਔਰ ਇਹਦੇ ਤੋਂ ਜਦੋਂ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਨਹੀਂ ਸੀ, ਲੋਕਲ ਕਮੇਟੀਆਂ ਦਾ ਪ੍ਰਬੰਧ ਸੀ, ਇਹਨਾਂ ਸਾਰਿਆਂ ਗੁਰਦੁਆਰਿਆਂ ਦੀ ਜਾਇਦਾਦ ਦੀ ਆਮਦਨ ਕਿੰਨੀ ਸੀ? 39,67,000 ਰੁਪਇਆ। ਔਰ ਜਦੋਂ ਅੱਜ ਤੱਕ ਸਾਡੇ ਕੋਲ ਇਹ ਜਦੋਂ ਦੀ ਜ਼ਮੀਨ ਆਈ ਆ, ਇਹਦਾ ਆਮਦਨ ਜਿਹੜੀ ਵੱਧ ਕੇ 4,56,00,000 ਹੋ ਗਈ ਆ। ਔਰ ਬਾਕੀ ਕੇਸ ਜਿਹੜੇ ਆ, ਜੇ ਅਸੀਂ ਤੇਜਾ ਕਲਾਂ ਵੱਲ ਜਾਈਏ ਤੇ ਉਸ ਗੁਰਦੁਆਰੇ 'ਚ ਜਦੋਂ ਅਸੀਂ ਕਬਜ਼ਾ ਲੈਣ ਗਏ ਉੱਥੇ ਗੋਲੀ ਚੱਲੀ, ਸਾਡੇ ਮੁਲਾਜ਼ਮ 9-9 ਮਹੀਨੇ ਜੇਲ੍ਹਾਂ 'ਚ ਰਹੇ। ਔਰ ਉਹਨਾਂ ਤੋਂ ਬਾਅਦ ਉੱਥੇ ਕੰਪਰੋਮਾਈਜ਼ ਹੋ ਕੇ ਉਹਨਾਂ ਨੂੰ ਜੇਲ੍ਹਾਂ 'ਚੋਂ ਛੁਡਾਇਆ ਔਰ ਕੰਪਰੋਮਾਈਜ਼ ਕੀਤਾ। ਉਦੋਂ ਤੇ ਉਹ ਲੋਕ ਕੁਝ ਠੇਕਾ ਦੇ ਰਹੇ ਆ ਤੇ ਠੇਕਾ ਵੀ ਜਿਹੜਾ ਉਹ 1000 ਰੁਪਇਆ ਕਰਕੇ, ਕੋਈ ਇੱਥੇ ਪੋਲੀਟੀਕਲ ਪ੍ਰੈਸ਼ਰ ਨਹੀਂ, ਕੋਈ ਗੱਲ ਨਹੀਂ, ਉਹ ਕੋਰਟਾਂ ਦੇ ਕੇਸ ਸੀ। ਆ ਵੀ ਸਾਡੇ ਕੋਰਟਾਂ ਦੇ ਕੇਸ ਆ ਸਾਡੇ ਕੋਲ ਪਏ ਆ, ਸੈਂਕੜੇ ਕੇਸ ਪਏ ਇਹੋ ਜਿਹੇ ਕੋਰਟਾਂ 'ਚ। ਜੇ ਰਮਦਾਸ ਦੀ ਗੱਲ ਕਰ ਲਈਏ ਤੇ ਰਮਦਾਸ ਵੀ ਇਸੇ ਤਰ੍ਹਾਂ ਕਬਜ਼ੇ ਲਏ ਆ। ਹੁਣ ਵੀ ਜਿਹੜੇ ਕੋਰਟਾਂ 'ਚ ਕੇਸ ਅਸੀਂ ਜਿੱਤਦੇ ਆ, ਉਹਨਾਂ ਦੇ ਕਬਜ਼ਾ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹ ਕਬਜ਼ੇ ਲੈ ਕੇ ਜ਼ਮੀਨਾਂ ਜਿਹੜੀਆਂ ਉਹ ਵੀ ਛਡਾਈਆਂ ਜਾਣ। ਜੇ ਅਸੀਂ ਪਿਛਲੇ ਸਾਲ ਵੇਖਿਆ, ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਤੋਂ ਸਾਡੀ 27 ਏਕੜ ਜ਼ਮੀਨ ਕੋਈ ਵਾਹ ਰਿਹਾ ਸੀ, ਉਹਦਾ ਕੋਰਟ 'ਚ ਕੇਸ ਚੱਲਦਾ ਸੀ, ਉਹ ਸਾਡੇ ਹੱਕ 'ਚ ਹੋਇਆ। 11 ਏਕੜ ਜ਼ਮੀਨ ਜਿਹੜੀ ਅਸੀਂ ਉਹਦੇ 'ਚੋਂ ਆਪ ਲੜਾਈ ਲੜ ਕੇ, ਜਦੋਂ ਕਿ ਕਾਂਗਰਸ ਵਾਲਿਆਂ ਨੇ ਸਾਡੇ, ਜਦੋਂ ਵੀ ਅਸੀਂ ਉਹਦਾ ਕਬਜ਼ਾ ਲੈਣ ਜਾਂਦੇ ਸੀ ਉਦੋਂ ਹੀ ਉਹ ਸਾਡੇ ਖਿਲਾਫ ਜਾਂ ਐਸਡੀਐਮ ਨੂੰ ਜਾਂ ਪੁਲਿਸ ਨੂੰ ਕਹਿ ਕੇ ਸਾਨੂੰ ਰੋਕ ਦਿੰਦੇ ਸੀ। ਪਰ ਅਸੀਂ ਉਦੋਂ ਜ਼ਬਰਦਸਤੀ 11 ਏਕੜ ਦਾ ਕਬਜ਼ਾ ਲੈ ਲਿਆ। 16 ਏਕੜਾਂ ਵਾਸਤੇ ਉਹਨਾਂ ਨੂੰ ਸੁਪਰੀਮ ਕੋਰਟ ਵੱਲ ਭੇਜਤਾ। ਉਹ ਕੋਵਿਡ ਕਰਕੇ ਸਾਡਾ ਉੱਥੇ ਉਹ ਕੇਸ ਨਿਕਲਿਆ ਨਹੀਂ। ਜਦੋਂ ਕੇਸ ਆ ਗਿਆ ਸਾਡੀ ਉਹ 16 ਕਿੱਲੇ ਜ਼ਮੀਨ ਉਦੋਂ ਸਾਡੇ ਕੋਲ ਆ ਜਾਣੀ ਆ। ਸੋ ਇਸ ਕਰਕੇ ਅਸੀਂ ਹਮੇਸ਼ਾ ਹੀ ਇਸ ਲਈ ਤਕੜੇ ਹੋ ਕੇ ਜਿਹੜੀ ਵੇਲੇ ਕਰਾਈ ਖਰੀਦ ਕਰਾਈ ਗਈ ਉਹ ਦੀ ਰਾਮਪੁਰ ਕੋਲ ਨਹੀਂ ਕਹਿੰਦਾ ਜੀ ਲੋਕਾਂ ਦੀ ਖਾਲੀ ਕਰਾਈ 100 ਏਕੜ ਜਿਹੜੀ ਆਪਾਂ ਮੁੜ ਕੇ ਕਾਂਗਰਸ ਨੇ ਫਿਰ ਕਬਜ਼ਾ ਕਰਾਇਆ ਉਹਦੇ 2.5 ਰੁਪਏ ਵਾਲੀ ਇੱਕ ਭਾਈ ਰੁਪਏ ਵਾਲੀ ਜ਼ਮੀਨ ਸੀ, 1700 ਏਕੜ ਭਾਈ ਰੁਪਏ ਵਾਲੀ 160 ਏਕੜ ਜ਼ਮੀਨ ਕਬਜ਼ਾ ਲੈ ਲਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹ ਕਬਜ਼ਾ ਲੈ ਕੇ ਆਪਣੇ ਕੋਲ ਵਾਹੁਣੀ ਸ਼ੁਰੂ ਕਰ ਲਈ ਤੇ ਉੱਥੇ ਪਿਛਲੀ ਸਰਕਾਰ ਜਿਹੜੀ ਕਾਂਗਰਸ ਦੀ, ਉਸ ਸੰਬੰਧਿਤ ਮੰਤਰੀ ਨੇ ਉਹ ਸੰਗੇ ਦੇ ਨੇ ਬਹਿ ਕੇ ਉੱਥੇ ਸਾਡੇ ਖਿਲਾਫ ਪੁਲਿਸ ਨੇ ਵੀ ਡਾਂਗਾ ਮਾਰੀਆਂ ਔਰ ਸਾਡੇ ਬੰਦੇ ਉੱਥੇ ਬਹੁਤ ਬੜੇ ਵਧੀਆ ਤਰੀਕੇ ਨਾਲ ਬਚ ਕੇ ਆਏ ਔਰ ਉਹ ਜ਼ਮੀਨ ਜਿਹੜੀ ਉਹ ਦੁਬਾਰਾ ਉਹਨਾਂ ਫਿਰ ਕਬਜ਼ਾ ਕਰਵਾਤੀ। ਕੋਰਟ ਦੇ ਫੈਸਲੇ ਸਾਡੇ ਹੱਕ 'ਚ ਨੇ, ਫਿਰ ਵੀ ਕਾਂਗਰਸ ਨੇ ਜਬਰ ਕਬਜ਼ਾ ਕਰਾਇਆ ਤੇ ਕੋਰਟਾਂ ਦੇ ਫੈਸਲੇ ਤਕਰੀਬਨ ਸਾਰੇ ਕੋਰਟਾਂ ਦੇ ਫੈਸਲੇ ਸਾਡੇ ਹੱਕ 'ਚ ਆਏ, ਤਾਂ ਹੀ ਅਸੀਂ ਕਬਜ਼ੇ ਲਏ ਆ। ਤੇ ਟੋਟਲ ਜ਼ਮੀਨ ਜਿਹੜੀ ਆ 3577 ਏਕੜ 3 ਕਨਾਲ 8 ਮਰਲੇ ਜਿਹੜੀ ਆ ਉਹ ਕਬਜ਼ੇ ਹੇਠ ਸੀ, ਜਿਹਦਾ ਚੋਂ ਅਸੀਂ 864 ਏਕੜ ਜ਼ਮੀਨ ਇਹਦੇ ਤੋਂ ਬਾਅਦ ਕਬਜ਼ੇ 'ਚ ਲਈ ਆ। ਟੋਟਲ 1354 ਏਕੜ ਜਿਹੜਾ ਉਹ ਕਬਜ਼ਾ ਕੀਤਾ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਇਹ ਬੇਬੁਨਿਆਦ ਨੇ। ਔਰ ਇਹਦੇ ਚੋਂ ਜਿਹੜੀ 3577 ਏਕੜ ਜ਼ਮੀਨ ਆ, ਇਹਦੇ ਚੋਂ 2713 ਏਕੜ ਜ਼ਮੀਨ ਜਿਹੜੀ ਆ ਉਹ ਮਜਾਰਿਆਂ ਕੋਲ ਆ।
ਜਿਹਦਾ ਅਸੀਂ ਕਬਜ਼ਾ ਹੀ ਨਹੀਂ ਲੈ ਸਕਦੇ, ਸਮੇਂ ਠੇਕੇ ਵਧਾਏ ਆ, ਬੋਲੀਆਂ ਨਹੀਂ ਕਰ ਸਕਦੇ, ਉਹ ਆਟੋਮੈਟਿਕਲੀ ਬਹਿ ਕੇ ਸਾਡਾ ਕੱਲਾ ਕਰਕੇ ਉਹ ਠੇਕੇ ਵਧਾਉਂਦੇ ਆ। ਔਰ ਕਦੀ 1000 ਵਧਾਤਾ, ਕਦੀ 2000 ਵਧਾਤਾ, ਕਬਜ਼ਾ ਜਿਹੜਾ ਸਰਕਾਰਾਂ ਸਾਨੂੰ ਲੈਣ ਨਹੀਂ ਦਿੰਦੀਆਂ। ਸੋ ਇਸ ਕਰਕੇ ਇਹ ਕਾਂਗਰਸ ਸਰਕਾਰ ਨੇ ਵੀ ਸਾਡਾ ਇਸ ਗੱਲ ਦਾ ਸਾਨੂੰ ਦੱਬ ਕੇ ਰੱਖਿਆ। ਔਰ ਮੈਂ ਮਹਿਸੂਸ ਕਰਦਾ ਵੀ ਇਹ ਜਿਹੜੇ ਸਾਡੇ ਸੱਜਣ ਆ, ਇਹ ਜੇ ਸਾਡੀ ਮਦਦ ਕਰਨੀ ਚਾਹੁੰਦੇ ਆ, ਜੇ ਸਾਨੂੰ ਜ਼ਮੀਨਾਂ ਛਡਾ ਕੇ ਦੇ ਸਕਦੇ ਆ, ਤੇ ਅੱਜ ਨਵੀਂ ਸਰਕਾਰ ਬਣੀ ਹੈ, ਨਾਲ ਸਾਜੀ ਨਾਲ ਅੱਗੇ ਹੋ ਕੇ ਲੜਾਂਗੇ। ਤੇ ਇਹ ਜਾ ਕੇ ਉੱਥੇ ਜਾ ਕੇ ਉਸ ਦਰਬਾਰ ਨਾਲ ਜਿਨ੍ਹਾਂ ਦੀ ਇਹਨਾਂ ਮਦਦ ਕੀਤੀ ਉਹਨਾਂ ਨੂੰ ਤਕੜੇ ਹੋ ਕੇ ਉੱਥੇ ਕਹਿਣ ਤੇ ਜ਼ਮੀਨਾਂ ਸਾਨੂੰ ਛਡਾ ਕੇ ਦੇਣ। ਫਿਰ ਵੇਖਾਂਗੇ ਸਾਡੀਆਂ ਜ਼ਮੀਨਾਂ ਜਦੋਂ ਅਸੀਂ ਕਬਜ਼ੇ ਕਰਨੇ ਤੇ ਫਿਰ ਕੌਣ ਵਾਦਾ, ਫਿਰ ਅਸੀਂ ਜ਼ਿੰਮੇਵਾਰ ਹਾਂ। ਜੇ ਮਿਲ ਜਾਣ ਜ਼ਮੀਨਾਂ ਤੇ ਅਸੀਂ ਜ਼ਿੰਮੇਵਾਰ ਹਾਂ। ਸੋ ਇਸ ਕਰਕੇ ਸਾਡੀਆਂ ਜ਼ਮੀਨਾਂ ਦੇ ਠੇਕੇ 90,000 60,000। ਸੋ ਉੱਥੇ ਉਹਨਾਂ ਜ਼ਮੀਨਾਂ ਦੇ ਠੇਕੇ ਵਾਕਈ ਗਰੇਵਾਲ ਸਾਹਿਬ ਨੂੰ ਦੱਸਿਆ ਹੈ 60,000 ਤੋਂ ਲੱਗ ਕੇ 90,000 ਪਰ ਏਕੜ ਠੇਕਾ ਹੈ। ਔਰ ਸਾਡੇ ਕਬਜ਼ੇ 'ਚ ਔਰ ਉਹ ਕਬਜ਼ੇ 'ਚ ਲੈ ਰਹੇ ਸੀ ਜੀ ਉਹਨਾਂ ਦੇ ਠੇਕੇ। ਸੋ ਇਸ ਕਰਕੇ ਇਹ ਬੇਬੁਨਿਆਦ ਚੀਜ਼ਾਂ ਜਿਹੜੀਆਂ ਸਾਡੇ ਅੱਗੇ ਰੱਖ ਕੇ ਸਾਡਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਦੇ ਆ। ਔਰ ਸਾਡੇ ਕੋਲ ਇਹ ਸਾਰੇ ਜਿਹੜੇ ਕੇਸ ਕੋਰਟਾਂ 'ਚ ਚੱਲ ਰਹੇ ਆ, ਜਿਉਂ-ਜਿਉਂ ਕੋਰਟਾਂ 'ਚ ਫੈਸਲੇ ਹੋਈ ਜਾਂਦੇ ਆ ਤਿਉਂ-ਤਿਉਂ ਅਸੀਂ ਉਹਨਾਂ ਦੇ ਕਬਜ਼ੇ ਕਰਕੇ ਜ਼ਮੀਨ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥਾਂ 'ਚ ਲੈ ਲੈਂਦੀ ਆ ਔਰ ਉਹਦਾ ਪ੍ਰਬੰਧ ਕਰਦੀ ਆ। ਵੱਧ ਤੋਂ ਵੱਧ ਕੋਈ ਗੱਲ ਕਰਨਾ 1352 ਏਕੜ ਜਿਹੜੀ ਜਗ੍ਹਾ ਉਹ ਕਿਹੜੀ ਜਗ੍ਹਾ ਤੇ 1354 ਏਕੜ ਕਿਸ ਤਰ੍ਹਾਂ ਜੀ? ਇਹ ਕਿਹੜੀ ਜਗ੍ਹਾ ਤੇ ਟੋਟਲ ਸਾਰਾ ਟੋਟਲ ਸਾਰੇ ਜਿਸ ਤਰ੍ਹਾਂ ਵੱਖਰੇ ਵੱਖਰੇ ਗੁਰਦੁਆਰਿਆਂ ਦੀ। ਇੱਕ ਮਿੰਟ ਬਾਅਦ ਸਵਾਲ ਦਾ ਜਵਾਬ ਬਾਤ ਕਰ ਲਿਓ, ਅਜੇ ਬਚਤਾ ਵਾਲੀ ਗੱਲ ਕਰਨੀ। ਇਹਨਾਂ ਦੇ ਕੋਲ ਨਹੀਂ ਨਾ ਇੱਕ ਮਿੰਟ ਜਾਇਦਾਦਾਂ ਨਾਲ ਇਹਨਾਂ ਦਾ ਸਵਾਲ ਦੱਸੋ, ਮਾਈਕ ਫੇਰ ਦੇ ਦਿਆਂਗੇ ਆਪਾਂ ਨੂੰ। ਆ ਜਾਓ। 60 ਤੋਂ 90,000 ਰੁਪਇਆ ਪਰ ਏਕੜ ਠੇਕਾ ਜਿਹੜਾ ਹੈਗਾ ਹਾਂਜੀ, ਹਾਂਜੀ। ਹੈਗਾ। ਜਿਹੜੀ ਤੁਸੀਂ ਕਹਿੰਦੇ ਪਏ ਹੋ 1354 ਏਕੜ 37,60,000 ਰੁਪਇਆ ਜਿਹੜੀ ਸੀਗੀ ਉਹਦੀ ਆਮਦਨ ਸੀ ਤੇ ਉਹ 4,55 ਲੱਖ ਹੋ ਗਈ। ਹਾਂਜੀ, ਹਾਂਜੀ। ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਕਰੀਏ ਤੇ 33,754 ਰੁਪਏ ਦੇ ਆਸ-ਪਾਸ ਪਰ ਏਕੜ ਬੇਨਤੀ ਪਤਾ ਕੀ ਹੈ ਜੀ, ਹੁਣ ਸਾਡਾ ਤੁਸੀਂ ਰਮਦਾਸ ਦਾ ਠੇਕਾ ਲੈ ਲਓ, ਇਹ ਠੇਕਾ ਸਾਡਾ ਹੈਗਾ 20-22,000। ਸਾਡਾ ਤੇਜਾ ਕਲਾਂ ਦਾ ਠੇਕਾ ਲੈ ਲਓ, ਕਿਉਂਕਿ ਉਹਨਾਂ ਰਾਕਾ ਕੋਲੇ ਅਸੀਂ ਉਹ ਠੇਕੇ ਵਧਾ ਰਹੇ ਆ, ਉਹ ਤਾਂ ਮਜ਼ਾਰੇ ਬੈਠੇ ਆ। ਉਹਨਾਂ ਠੇਕੇ ਦੀ ਆਮਦਨ ਜਿੱਥੇ ਸਾਡੀ ਜ਼ਮੀਨ ਸਾਡੇ ਕੋਲ ਉਹਦੇ ਠੇਕੇ ਵੱਧ ਨੇ। 1354 ਏਕੜ ਦੇ ਉੱਤੇ ਮਜ਼ਾਰੇ ਬੈਠੇ ਨੇ। ਨਹੀਂ ਇਹ ਕਬਜ਼ੇ ਲੈ ਲਏ ਅਸੀਂ। ਮਜ਼ਾਰੇ ਬੈਠੇ ਆ ਜੀ। ਤੁਹਾਡੀ ਜਾਣਕਾਰੀ ਦੇ ਦਈਏ, ਕੁੱਲ ਜ਼ਮੀਨ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ, ਉਹ ਜ਼ਮੀਨ ਸੀਗੀ 3577 ਏਕੜ, ਉਹਨਾਂ ਨੇ ਘੱਟ ਲਿਖੀ ਸੀ। ਮਜ਼ਾਰਿਆਂ ਕੋਲੇ ਜ਼ਮੀਨ ਹੈਗੀ ਆ 2713 ਏਕੜ, ਉਹਨਾਂ ਦੇ ਕਬਜ਼ੇ ਹੇਠਾਂ ਹੁਣ ਵੀ। ਉਹਨਾਂ ਦੀ ਅਸੀਂ ਬੋਲੀ ਨਹੀਂ ਕਰ ਸਕਦੇ, ਮੈਂ ਦੱਸ ਰਿਹਾ ਜੀ, ਉਹਨਾਂ ਦੀ ਬੋਲੀ ਨਹੀਂ ਕਰ ਸਕਦੇ। ਕੋਈ 5000 ਦਿੰਦਾ, ਕੋਈ 10000 ਦਿੰਦਾ। ਅਸੀਂ ਟੋਟਲ ਸ਼੍ਰੋਮਣੀ ਕਮੇਟੀ ਦੇ ਅਸੀਂ ਕਾਨੇਕੇ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਇਹ ਗੱਲ ਵੀ ਦੱਸਣੀ ਚਾਹੀਦੀ ਸੀ ਕਿ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੇ 1354 ਏਕੜ ਜ਼ਮੀਨ ਜਿਹੜੀ ਕਬਜ਼ੇ ਹੇਠ ਸੀ ਉਹ ਵੀ ਲਈ ਆ। ਇਹ ਗੱਲ ਸਾਨੂੰ ਪਲੱਸ ਪੁਆਇੰਟ ਕਰਦੇ, ਮੇਰੀ ਸੁਣ ਲਓ ਗੱਲ ਧਿਆਨ। ਜਿਹੜੀ ਗੱਲ 2713 ਏਕੜ ਆ ਜਿਹੜੀ ਮਜ਼ਾਰਿਆਂ ਕੋਲੇ ਇਸ ਟਾਈਮ, ਉਹਦੇ ਵਿੱਚ ਕੇਸ ਚੱਲ ਰਹੇ ਆ 50 ਸਾਲ ਤੋਂ ਉਹਨਾਂ ਦੇ ਕੋਲੇ ਨੇ, 50 ਸਾਲ ਗਰਦੌਰੀਆਂ ਉਹਨਾਂ ਦੇ ਕੋਲੇ ਨੇ। ਆ ਜਿਵੇਂ ਦੱਸਿਆ ਇਹਨਾਂ ਨੇ ਕੇਸ ਚਲਾਏ ਆ, ਇਹ ਕੇਸ ਸਾਡੇ ਸੁਪਰੀਮ ਕੋਰਟ ਤੱਕ ਚੱਲ ਰਹੇ ਨੇ। ਠੀਕ ਹੈ ਨਾ, ਸਾਡੇ ਹੱਕ 'ਚ ਹੋਣ ਦੇ ਬਾਵਜੂਦ ਵੀ ਸਰਕਾਰਾਂ ਕਈ ਵਾਰੀ ਉਹਨਾਂ ਦਾ ਪੱਖ ਲੈ ਜਾਂਦੀਆਂ। ਚਲੋ ਅੱਜ ਅਸੀਂ ਇਸ ਗੱਲ ਨੂੰ, ਜਿਹੜੀ ਅੱਜ ਦੀ ਸਾਡੀ ਗੱਲ ਹੈ, ਇਹਨੂੰ ਅਸੀਂ ਕਿਸੇ ਸਰਕਾਰ ਜਾਂ ਕਿਸੇ ਰਾਜਨੀਤੀ ਦੇ ਖਿਲਾਫ ਨਹੀਂ ਅਸੀਂ ਕਰਨਾ ਚਾਹੁੰਦੇ। ਅੱਜ ਦਾ ਮੁੱਦਾ ਸਿਰਫ ਸਾਡਾ ਇਹ ਆ ਕਿ ਸ਼੍ਰੋਮਣੀ ਕਮੇਟੀ ਨੂੰ ਭੰਡਿਆ ਨਾ ਜਾਵੇ। ਆਉਣ ਵਾਲੇ ਸਮੇਂ 'ਚ ਇਹ ਗੱਲਾਂ ਵੀ ਸਾਹਮਣੇ ਆ ਜਾਣੀਆਂ, ਪਹਿਲਾਂ ਵੀ ਆਈਆਂ ਹੋਈਆਂ। ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਕਹਿੰਦੀ ਰਹੀ ਆ ਕਿ ਆਪਣਾ ਜਿਹੜਾ ਵੀ ਖਾਕਾ ਚਿੱਠਾ ਹੈਗਾ ਆਪਾਂ ਵੈਬਸਾਈਟ ਦੇ ਉੱਤੇ ਅਪਲੋਡ ਕਰਾਂਗੇ। ਅੱਜ ਤੱਕ ਤੇ ਕੋਈ ਤੇ ਕੀਤਾ ਹੋਇਆ ਜੀ ਆ ਵੈਬਸਾਈਟ ਦੇ ਉੱਤੇ ਕੁਝ ਨਹੀਂ ਜੀ, ਨਹੀਂ ਸਾਰਾ ਕੁਝ ਇੱਕ ਚੀਜ਼, ਪੰਜਾਬ ਸਰਕਾਰ ਦਾ ਸਾਰਾ ਜਿਹੜਾ ਮਾਲ ਦੇ ਮਹਿਕਮੇ ਦਾ ਡਿਟੇਲ ਹੈ, ਇੱਕ ਚੀਜ਼ ਹੈ, ਕੋਈ ਲੁਕੋ ਵਾਲੀ ਗੱਲ ਨਹੀਂ ਗੀ, ਕੋਈ ਲੁਕੋ ਵਾਲੀ ਗੱਲ ਨਹੀਂ ਗੀ। ਉਹਨਾਂ ਨੇ ਨਹੀਂ ਪੜ੍ਹਿਆ ਹੋਊਗਾ। ਸਾਡਾ ਮਸਲਾ ਇਹ ਹੈ ਕਿ ਉਹਨਾਂ ਨੇ ਪੜ੍ਹਿਆ ਨਹੀਂ, ਉਹ ਪੜ੍ਹ ਲੈਂਦੇ। ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਉਹ ਭਾਈ ਆਉਣ ਤੇ ਇਹਦਾ ਮਸਲਾ ਹੱਲ ਕਰਾਉਣ। ਮੈਂ ਇੱਕ ਮਿੰਟ ਚੜ੍ਹੇਗਾ ਸਾਹਿਬ, ਇੱਕ ਮਿੰਟ ਬੇਨਤੀ ਮੇਨ ਇਹ ਆ ਕਿ ਜਿਹੜੇ ਸੱਜਣ ਸਾਡੇ ਮੈਂਬਰ ਸਾਹਿਬਾਨ ਅੱਜ ਦੋਸ਼ ਲਾ ਰਹੇ ਆ, ਆਉਣ ਵਾਲੇ ਸਮੇਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹਥਿਆਉਣ ਵਾਸਤੇ ਇਹ ਸਾਰੀਆਂ ਚਾਲਾਂ ਚੱਲੀਆਂ ਜਾ ਰਹੀਆਂ। ਇਹਦੇ ਪਿੱਛੇ ਬੜੀਆਂ ਤਾਕਤਾਂ ਕੰਮ ਕਰ ਰਹੀਆਂ, ਸਾਨੂੰ ਪਤਾ। ਉਹਦੇ ਵਾਸਤੇ ਕਲੀਅਰਲੀ ਗੱਲ ਇਹ ਆ ਕਿ ਜਿੰਨੇ ਮੈਂਬਰ ਉਸ ਮੀਟਿੰਗ ਵਿੱਚ ਬੈਠੇ ਆ, ਜਿਨ੍ਹਾਂ ਨੇ ਦੋਸ਼ ਲਾਏ ਆ, ਉਹ ਸਾਰੇ ਮੈਂਬਰ ਟਾਈਮ ਟੂ ਟਾਈਮ ਇਸੇ ਏਜੰਟ ਦਾ ਹਿੱਸਾ ਰਹੇ ਆ। ਬਾਬਾ ਜਿਹੜਾ ਗੁਰਪ੍ਰੀਤ ਅੱਜ ਵੀ ਏਜੰਟ ਦਾ ਹਿੱਸਾ, ਕਾਨੇਕੇ ਪਿਛਲੀ ਏਜੰਟ ਦਾ ਹਿੱਸਾ ਸੀ। ਸਾਲ ਇਹਨਾਂ ਲੋਕਾਂ ਨੇ ਏਜੰਟ 'ਚ ਲਾਇਆ। ਉਦੋਂ ਇਹਨਾਂ ਨੇ ਕੁਐਸਚਨ ਰੇਜ ਨਹੀਂ ਕੀਤਾ ਵੀ ਕਿਹੜੀ ਜ਼ਮੀਨ ਆ ਤੁਹਾਡੇ ਕਿਸੇ ਪ੍ਰਧਾਨ ਦੇ ਰਿਸ਼ਤੇਦਾਰ ਦੇ ਕਬਜ਼ੇ 'ਚ ਆ ਜਾਂ ਕਿਸੇ ਵੱਡੇ ਲੀਡਰ ਦੇ ਕਬਜ਼ੇ 'ਚ ਆ, ਕਿਹੜੀ ਜ਼ਮੀਨ ਆ। ਕੋਈ ਨੇਮ ਆਊਟ ਕੀਤਾ ਹੁੰਦਾ, ਪਤਾ ਲੱਗਦਾ ਵੀ ਆਹ ਜ਼ਮੀਨਾਂ 100 ਜਿਹੜੀਆਂ ਨੇ ਆ ਸਾਡੇ ਕਿਸੇ ਪ੍ਰਧਾਨ ਜਿਹੜਾ ਮੌਜੂਦਾ, ਜਿਵੇਂ ਹੁਣ ਅੱਜ ਧਾਮੀ ਸਾਹਿਬ ਨੇ, ਪਿੱਛੇ ਬੀਬੀ ਜਗੀਰ ਕੌਰ ਸੀ, ਲੌਂਗੋਵਾਲ ਸਾਹਿਬ ਹੋਏ, ਮੱਕੜ ਸਾਹਿਬ ਹੋਏ ਆ। ਕਿਸੇ ਪ੍ਰਧਾਨ ਦੇ ਕਿਸੇ ਰਿਸ਼ਤੇਦਾਰ ਦੇ ਕਬਜ਼ੇ ਤੇ ਕੋਈ ਜ਼ਮੀਨ ਗੁਰੂ ਘਰ ਦੀ ਹੋਵੇ,
ਸ਼੍ਰੋਮਣੀ ਕਮੇਟੀ ਦੇ ਦੋਸ਼ ਲਾਉਂਦੇ। ਸੈਕੰਡਲੀ, ਜੇ ਸਪੋਜ਼ ਇਹਨਾਂ ਦੇ ਕੋਲ ਇੰਨਾ ਜਿਉਂਦਾ ਜਾਗਦਾ ਸੱਚ ਹੈ, ਮੈਂ ਦਾਅਵੇ ਨਾਲ ਗੱਲ ਕਹਿੰਦੇ ਨੇ ਸਾਰੇ ਕੋਈ ਤੇ ਸਾਡੇ ਦੋ ਜਿਹੜੇ ਮੈਂਬਰ ਇੱਥੇ ਉਹਨਾਂ ਦਾ ਬਾਬਾ ਲੱਗਦਾ, ਬਾਬਾ ਆਪਣਾ ਕੀ ਨਾਂ ਗੁਰਪ੍ਰੀਤ, ਬਾਬਾ ਤਲੋਕੇ ਵਾਲਾ। ਬਾਕੀ ਸੱਜਣ ਵੀ ਸਾਡੇ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਗੁਰਸਿੱਖ ਨੇ, ਗੁਰੂ ਦੀ ਕਿਰਪਾ ਹੈ, ਸੇਵਾ ਕਰਨ ਦਾ ਬੜੇ ਲੰਮੇ ਸਮੇਂ 7-8 ਸਾਲ ਹੋ ਮੈਂਬਰ ਨੂੰ। ਉਹਨਾਂ ਇਹ ਕਦੇ ਵੀ ਦਾਅਵਾ ਕਰ ਸਕਣ ਕਿ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਇਹ ਦਾਅਵੇ ਨਾਲ ਇਹ ਕਦੇ ਹੱਥ ਰੱਖ ਕੇ ਕਹਿ ਸਕਣ ਕਿ ਆਹ ਸ਼੍ਰੋਮਣੀ ਕਮੇਟੀਆਂ ਇੰਨੇ ਏਕੜ ਐਸ ਪ੍ਰਧਾਨ ਦੇ ਐਸ ਰਿਸ਼ਤੇਦਾਰ ਦੇ ਕਬਜ਼ੇ 'ਚ ਨੇ, ਫਿਰ ਤੇ ਮੰਨਿਆ ਜਾ ਸਕਦਾ। ਇਹ ਕੇਵਲ ਦੋਸ਼ ਆਰੋਪਣ ਆ। ਮੈਂ ਉਹਨਾਂ ਨੂੰ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਜੀ। ਸਦਕੇ ਹੁਣ ਇਲੈਕਸ਼ਨ ਡਿਊ ਆ, ਸਾਲ ਸਵਾ ਸਾਲ ਦੇ ਵਿੱਚ ਵੀ ਇਲੈਕਸ਼ਨ ਆ ਜਾਣੀ ਐਜੀਪੀਸੀ ਦੀ। ਜ਼ੋਰ ਲਾ ਕੇ ਤੁਸੀਂ ਮੈਂਬਰ ਬਣ ਕੇ ਆਓ, ਮੈਜੋਰਟੀ ਜਾਓ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਦੇ ਉੱਤੇ ਕਾਬਜ ਹੋ, ਸਾਨੂੰ ਕੋਈ ਇਤਰਾਜ਼ ਨਹੀਂ। ਦਸਤੂਰ ਹੈ, ਇੱਕ ਸਿਸਟਮ ਹੈ, ਵੋਟਾਂ ਪੈਣੀਆਂ ਨੇ, ਵੋਟਾਂ ਬਣਨੀਆਂ, ਵੋਟਾਂ ਪੈਣੀਆਂ, ਲੋਕਾਂ ਵੋਟਾਂ ਪਾਉਣੀਆਂ, ਸਿੱਖਾਂ ਨੇ ਵੋਟਾਂ ਪਾਉਣੀਆਂ। ਜਿਹੜਾ ਹੁਣ ਵੀ ਢਾਂਚਾ ਹੈ ਵੇਲੇ ਮੌਜੂਦਾ ਪ੍ਰਬੰਧ ਜਿਹਦੇ ਅਧੀਨ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ, ਮੈਨੇਜਮੈਂਟ ਜਿਹੜੀ ਹੈ ਉਹ ਵੀ ਵੋਟਾਂ ਦੇ ਰਾਹੀਂ ਬਣ ਕੇ ਆਈ ਹੈ। ਇਹ ਵੀ ਉਸੇ ਦੌਰ ਦੇ ਵਿੱਚ, ਉਸੇ ਕਾਲ ਦੇ ਉਸੇ ਸਮੇਂ ਦੇ ਵਿੱਚ ਮੈਂਬਰ ਬਣ ਕੇ ਇਸੇ ਸ਼੍ਰੋਮਣੀ ਕਮੇਟੀ ਦਾ ਹਿੱਸਾ ਨੇ, ਇਸੇ ਪ੍ਰਬੰਧ ਦਾ ਹਿੱਸਾ ਰਹੇ ਟਾਈਮ ਟੂ ਟਾਈਮ। ਦੋਸ਼ ਆਰੋਪਣ ਦੇ ਨਾਲ ਕਦੇ ਸੰਸਥਾ ਦੇ ਕਿਸੇ ਦੇ ਕਬਜ਼ੇ ਨਹੀਂ ਹੁੰਦੇ। ਇਹ ਪੰਜ ਭੁਲੇਖਾ ਕੱਢ ਦੇਣ, ਲੋਕਾਂ ਤੱਕ ਪਹੁੰਚ ਕਰਨ, ਲੋਕਾਂ 'ਚ ਆਪਣਾ ਵਿਸ਼ਵਾਸ ਬਣਾਉਣ। ਸਾਰਾ ਚਿੱਠਾ ਇਹਨਾਂ ਦਾ ਸਾਹਮਣੇ ਆ ਹੀ ਗਿਆ, ਕਿਸ ਸਭ ਹੈਸੀਅਤ ਕੋਲ ਕੀ ਹੈਗਾ। ਸੋ ਇਸ ਵਾਸਤੇ ਦੋਸ਼ ਆਰੋਪਣ ਦੇ ਉੱਤੇ ਆਪਣੇ ਆਪ ਨੂੰ ਆਧਾਰਿਤ ਨਾ ਕਰਨ। ਜੋ ਜਿਉਂਦਾ ਜਾਗਦਾ ਸੱਚ ਆ, ਜੇ ਉਹਨਾਂ ਕੋਲ ਵਾਕਿਆ ਹੀ ਕੁਝ ਜਿਉਂਦਾ ਜਾਗਦਾ ਸੱਚ ਆ, ਉਹ ਇੱਕ ਮੈਂਬਰ ਵੀ ਕਹਦੇ ਤਾਂ ਵੀ ਵਜ਼ਨ ਰੱਖਦਾ। ਇਹ ਨਹੀਂ ਕਿ ਟੀਮ ਬਣ ਕੇ ਰੱਖਾਂਗੇ ਕੰਮ ਤੇ ਤਾਂ ਜ਼ਿਆਦਾ ਵਜ਼ਨ ਬਣਦਾ। ਇਸ ਵਾਸਤੇ ਇਹਨਾਂ ਗੱਲਾਂ ਤੋਂ ਲੋਕਾਂ ਨੂੰ ਭੰਬਲ ਭੂਸ਼ੇ 'ਚ ਨਾ ਪਾਉਣ, ਦੁਬਦਾ 'ਚ ਨਾ ਪਾਉਣ। ਲੋਕਾਂ ਦੇ ਵਿੱਚ ਅੱਗੇ ਹੀ ਆਪਸ ਦੇ ਵਿੱਚ ਭਰਾ ਮਾਰੋ ਜੰਗ, ਔਰ ਬੜੀਆਂ ਵੱਡੀਆਂ ਏਜੰਸੀਆਂ ਇਹ ਕੰਮ ਦੇ ਪਿੱਛੇ ਲੱਗੀਆਂ ਨੇ ਕਿ ਇਹਨਾਂ ਦੀ ਪੱਗੋ ਪੱਗੀ ਜਿੰਨਾ ਚਿਰ ਨਹੀਂ ਹੁੰਦੇ ਉਹਨਾਂ ਚਿਰ ਸਾਡੀਆਂ ਵਿਰੋਧੀ ਤਾਕਤਾਂ ਨੂੰ ਮਜ਼ਾ ਨਹੀਂ ਆਉਂਦਾ, ਉਹਨੂੰ ਸ਼ਾਂਤੀ ਨਹੀਂ ਮਿਲਦੀ ਮਨ ਦੀ। ਔਰ ਇਹ ਉਹਨਾਂ ਲੋਕਾਂ ਦਾ ਹੱਥ ਠੋਕਾ ਨਾ ਬਣ। ਜੇ ਇਹਨਾਂ ਕੋਈ ਵਾਕਿਆ ਕੋਈ ਜਿਉਂਦੇ ਜਾਗਦਾ ਸੱਚਾ ਕਿ ਗੁਰੂ ਘਰ ਦੇ ਸੰਗਤ 'ਚ ਖਲੋ ਕੇ ਕਹਿ ਦੇਣ ਕਿ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਐਸ ਪ੍ਰਧਾਨ ਦੇ ਐਸ ਰਿਸ਼ਤੇਦਾਰ ਦੇ ਕੋਲ ਇੰਨੇ ਏਕੜ ਜ਼ਮੀਨ ਕਵੇ ਚੱਲਣ ਡਈ, ਅਜੇ ਤੱਕ ਛਡਾ ਨਹੀਂ ਸਕੇ। ਮਾਝੇ ਨਾਲ ਸੰਬੰਧਤ ਇੱਕ ਸਾਬਕਾ ਮੰਤਰੀ ਦਾ ਨਾਮ ਲਿਆ ਜਾ ਰਿਹਾ ਕਿ ਉਹਨੇ 10 ਕਿੱਲੇ ਜ਼ਮੀਨ ਮਾਹਿਜ਼ 1000 ਰੁਪਏ ਸਾਲਾਨਾ ਠੇਕੇ ਤੇ ਲਈ ਹੋਈ। ਇਹਦੇ 'ਚ ਕਿੰਨਾ ਕੁ ਸੱਚ? ਕਿਸੇ ਐਮਐਲਏ ਦੇ ਕੋਲ, ਕਿਸੇ ਮੰਤਰੀ ਦੇ ਕੋਲ ਨਹੀਂ ਹੈਗੀ। ਮਜ਼ਾਰੇ ਨੇ ਸਭ ਤੋਂ ਵੱਡੀ ਸਾਡੀ ਇੱਧਰ ਦੀ ਜ਼ਮੀਨ ਦਾ ਟੋਟਾ ਹੈਗਾ ਆਪਣਾ ਰਮਦਾਸ ਵਾਲਾ, ਜਿੱਥੇ ਬਾਹਰ ਇੱਕ ਮਿੰਟ ਮੈਂ ਅੱਗੇ ਵੀ ਜਾਣਾ। ਸਭ ਤੋਂ ਵੱਡਾ ਟੋਟਾ ਜ਼ਮੀਨ ਦਾ ਜਿਹੜਾ ਮਜ਼ਾਰਿਆਂ ਦੇ ਕਬਜ਼ੇ ਗੁਰਦੁਆਰਾ ਰਮਦਾਸ ਦਾ ਸਾਡਾ, ਉਹਦੇ ਸਾਡੇ ਕੋਲ 40 ਕੇ 45 ਏਕੜ ਅਸੀਂ ਆਪ ਖੁਦ ਕਾਸ਼ਤ ਕਰਦੇ ਆ, ਉਹਦਾ ਠੇਕਾ। ਔਰ ਬਾਕੀਆਂ ਦਾ ਮਜ਼ਾਰਿਆਂ ਦਾ ਟਾਈਮ ਟੂ ਟਾਈਮ ਪਾ ਕੇ ਅਸੀਂ ਮੀਟਿੰਗਾਂ ਕਰ ਕਰਕੇ ਹੌਲੀ ਹੌਲੀ 2000 ਤੋਂ ਲੈ ਕੇ 5000 ਤੋਂ ਲੈ ਕੇ ਠੇਕੇ ਵਧਾਉਂਦੇ ਹੁੰਦੇ। ਅੱਜ ਕਿਤੇ 10 ਆ 15 20 ਤੱਕ ਹੈਗਾ। ਸੈਕੰਡਲੀ ਤੇਜਾ ਕਲਾਂ ਜਿਹੜਾ ਗੁਰਦੁਆਰਾ ਸਾਹਿਬ ਹੈ, ਉੱਥੇ ਕਿਸੇ ਮੰਤਰੀ ਦੇ ਕੋਲ ਕੋਈ ਕਿਸੇ ਰਿਸ਼ਤੇਦਾਰ ਦੇ ਕੋਈ ਜ਼ਮੀਨ ਨਹੀਂ ਇੱਦਾਂ ਦੀ। ਜੇ ਸਪੋਜ਼ ਅੱਜ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ ਤੇ ਐਗਜ਼ੈਕਟਿਵ ਜਿਹੜੇ ਪੁਆਇੰਟ ਆਊਟ ਕਰਦੇ, ਹੋ ਸਕਦਾ ਇਹਨਾਂ ਦੀ ਪੰਜਾਬ ਦੀ ਮੌਜੂਦਗੀ ਦੇ ਵਿੱਚ ਸਿਟਾ ਲੈਂਦੇ ਗੱਲ ਕੱਢਦੇ। ਇਹਨਾਂ ਨੇ ਉਦੋਂ ਤੇ ਪੁਆਇੰਟ ਆਊਟ ਨਹੀਂ ਕੀਤਾ। ਮੇਰਾ ਖਿਆਲ ਹੈ ਮੈਂ ਤੁਹਾਨੂੰ ਸਵਾਲ ਨਹੀਂ ਸਮਝਾ ਪਾਇਆ, ਸ਼ਾਇਦ ਮੇਰੀ ਕੋਈ ਕਮੀ ਹੈ। ਉਹ ਤੁਸੀਂ ਲਿਖਤੀ ਦੇ ਦਿਓ। ਇੱਕ ਸਾਬਕਾ ਮੰਤਰੀ ਦੇ ਉੱਤੇ ਨਾਮ ਲੱਗਦਾ ਪਿਆ ਹੈ ਕਿ ਉਹ 10 ਕਿੱਲੇ ਜ਼ਮੀਨ 1000 ਰੁਪਏ ਸਾਲਾਨਾ ਠੇਕੇ ਦੇ ਉੱਤੇ ਯੂਜ਼ ਕਰ ਰਿਹਾ ਹੈ। ਉੱਥੇ ਉਹਨੇ ਸਕੂਲ ਵੀ ਬਣਾਇਆ ਹੋਇਆ, ਔਰ ਉਹ ਸਕੂਲ ਤੋਂ ਮੋਟੀ ਕਮਾਈ ਹੁੰਦੀ ਹੈ। ਇਹ ਦੇਖ ਲੈਣੇ ਜੀ, ਕੋ ਕਰ ਲੈਣੇ। ਸਾਨੂੰ ਤੁਸੀਂ ਲਿਖ ਕੇ ਦੇ ਦਿਓ ਬੇਟੀ ਇਹ। ਅਸੀਂ ਵੇਖ ਲਾਂਗੇ, ਵੇਖ ਲਾਂਗੇ, ਦੇਖ ਲਾਂਗੇ, ਦੇਖ ਲਾਂਗੇ। ਪਰ ਤੁਹਾਡੇ ਇੱਕ ਮਿੰਟ, ਪਟੇਵਾਲ ਸਾਹਿਬ ਹੁਣ ਤੱਕ ਬਹੁਤ ਸਾਰੀਆਂ ਆਰਟੀਆਈ ਦੇ ਲਈ ਦਰਖਾਸਤਾਂ ਦਿੱਤੀਆਂ, ਪਰ ਸਾਨੂੰ ਅੱਜ ਤੱਕ ਆਰਟੀਆਈ ਦਾ ਜਵਾਬ ਨਹੀਂ ਮਿਲਿਆ। ਅੰਮ੍ਰਿਤ ਮੇਰੀ ਸੁਣ ਗੱਲ, ਡੈਰੀ ਨੰਬਰ ਮੈਂ ਨਾ ਸੁਣੋ, ਤੁਹਾਨੂੰ ਦੱਸ ਦਿਓ ਇਹ ਅੱਜ ਤੁਸੀਂ ਮੁੱਦਾ ਰੇਜ਼ ਪ੍ਰਾਪਰਟੀ, ਤੁਸੀਂ ਬੁੱਢੀਆਂ ਦਾ ਇੱਥੇ ਠੇਕਾ ਕਰਦੇ ਹੋ, ਅਸੀਂ- ਟੈਂਡਰ ਲੈਂਦੇ ਹੋ। ਇੱਥੇ ਆਉਂਦੇ ਨੇ ਫਰੇ, ਇੱਥੇ ਆਉਂਦੀਆਂ ਨੇ ਡਾਂਗਾ। ਅਸੀਂ ਤੇ ਇਹਨਾਂ ਮੁੱਢੀਆਂ ਨਹੀਂ ਆਉਂਦੀਆਂ। ਅਸੀਂ ਜੇ ਤੁਹਾਡੇ ਕੋਲ ਆਰਟੀਆਈ ਮੰਗਦੇ ਆ, ਤੁਸੀਂ ਉਹਦਾ ਜਵਾਬ ਨਹੀਂ ਦਿੰਦੇ। ਨਹੀਂ, ਸਭ ਕੁਝ ਦੇ ਦਿੰਦੇ ਆ ਜੀ। ਆਹ ਵੇਖੋ ਦਿੱਤਾ। ਇੱਕ ਮਿੰਟ ਮੇਰੀ ਸੁਣੋ ਗੱਲ, ਇੱਕ ਮਿੰਟ ਪ੍ਰਧਾਨ ਜੀ, ਇੱਕ ਮਿੰਟ ਗੱਲ ਸੁਣੋ। ਅਸੀਂ ਇੱਧਰ ਸੁਣੋ ਗੱਲ, ਤੁਸੀਂ ਵੀ ਸ਼੍ਰੋਮਣੀ ਕਮੇਟੀ ਦਾ ਹਿੱਸਾ ਹੀ ਹੋ, ਭਾਵੇਂ ਇੱਧਰਲੇ ਟੇਬਲ ਤੇ ਬੈਠੇ ਹੋ। ਇਸ ਗੱਲ ਦੀ ਵਧਾਈ ਨਹੀਂ ਦੋਗੇ। ਨਹੀਂ, ਇਸ ਗੱਲ ਦੀ ਵਧਾਈ ਨਹੀਂ ਦੋਗੇ। 100% ਵਾਧਾ ਕੀਤਾ ਸ਼੍ਰੋਮਣੀ ਕਮੇਟੀ ਨੇ। 1100%। 37 ਥੋੜੇ ਜਿਹੇ ਪੈਸਿਆਂ ਦੇ ਵਿੱਚ ਤੁਸੀਂ ਠੇਕੇ ਦਾ ਮੇਰੀ ਗੱਲ ਤਾਂ ਸੁਣੋ ਜੀ, ਆਹ ਗੱਲ ਦਾ ਜਵਾਬ ਤਾਂ ਇਹਦਾ ਤਾਂ ਕੋਈ ਜਵਾਬ ਦਿਓ। 37 ਲੱਖ ਤੋਂ 4 ਕਰੋੜ ਤੱਕ ਲੈ ਕੇ ਆਂਦਾ ਇਹ ਸ਼੍ਰੋਮਣੀ ਕਮੇਟੀ ਕੋਲੋਂ ਜਦੋਂ ਆਇਆ, ਇਹ ਚੰਗੀ ਗੱਲ ਹੋਈ ਕਿ ਨਹੀਂ? ਸਮੇਂ ਦੇ ਹਿਸਾਬ ਨਾਲ ਵਧਣਾ ਹੀ ਹੈ ਜੀ। ਨਹੀਂ। ਫਿਰ ਅਸੀਂ 90 ਦਾ ਠੇਕਾ 2022 ਦਾ ਸਾਰੇ ਕੇਸ ਚੱਲ ਰਹੇ ਆ, ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਆ। ਇਹਦੇ ਨਾਲ ਨਾ ਜੁੜੋ ਯਾਰ ਗੱਲ ਤੋਂ ਨੰਬਰ 90 ਦਾ ਠੇਕਾ ਗਿਣਾਉਣ ਦੇ ਨਹੀਂ 2022 ਚ 90 ਦਾ ਠੇਕਾ ਗਣਾਉਂਦੇ ਆ। ਗੱਲ ਜੋ ਜ਼ਮੀਨਾਂ ਹੋਲਡ ਕਰੀ ਜਾਂਦੇ ਆ, ਉਹਦੇ ਠੇਕੇ ਵਾਧੇ ਆ। ਆਪਾਂ ਏਜੰਡੇ ਯਾਰ ਦੂਜੀਆਂ ਗੱਲਾਂ ਨਾ ਕਰ ਵੀਰੇ, ਦੂਜੀਆਂ ਗੱਲਾਂ ਬਾਅਦ 'ਚ ਕਰ ਲਾਂਗੇ, ਉਹ ਏਜੰਡੇ ਵੱਖਰੇ ਕਰ ਲਾਂਗੇ। ਮੌਜੂਦਾ ਏਜੰਡੇ ਤੇ ਜਿੱਥੇ ਤੁਹਾਨੂੰ ਤਕਲੀਫ ਦਿੱਤੀ ਉਹਦੇ ਆਈਏ।
ਜਿੱਥੋਂ ਤੱਕ ਲਿਆ ਸੀ ਅਸੀਂ ਉਦੋਂ ਅਸੀਂ ਵੀ ਲਿਆ ਸੀ ਉਦੋਂ ਸਾਡੇ ਕਬਜ਼ੇ 'ਚ ਕਾਲੀਆਂ ਦੀ ਸਰਕਾਰ ਮਿਲਿਆ ਸਾਡੇ ਹੁਣ ਚਲੋ ਅੱਗੇ ਕਰੋ ਚਲੋ ਜੀ ਅੱਜ ਬੜਾ ਕੀ ਗੱਲ ਕਰੋ ਯਾਰ ਭਾਈ ਸਾਹਿਬ ਤੁਸੀਂ ਗੱਲ ਕਰਨ ਲੱਗੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਪਾਣੀ ਪਿਓ ਜੀ ਆ ਨਹੀਂ ਬਾਜ ਆ ਇੱਧਰ ਕਰ ਲਈਏ ਕਰੋ ਯਾਰ ਕੀ ਹੋ ਗਿਆ ਕਰੋ ਜੀ ਕਰੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਮੇਰੇ ਬੋਲਣ ਵਾਲੇ ਮੇਰੇ ਸੀਨੀਅਰ ਸਾਥੀ ਸਾਹਿਬਾਨਾਂ ਨੇ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਸਲਿਆਂ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਜਿਹੜੇ ਟਰਸਟ ਹੈ ਉਹਨਾਂ ਦੇ ਬਾਰੇ ਵੀ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਕੁਝ ਬਿਆਨ ਆਏ ਆ ਜਿਹੜੇ ਕਿ ਮੈਂ ਸਮਝਦਾ ਬਿਲਕੁਲ ਤੱਥਹੀਨ ਹੈ। ਉਹ ਨਿਰਮੂਲ ਤੌਰ ਦੇ ਉੱਤੇ ਬਿਆਨਬਾਜ਼ੀ ਜਿਹੜੀ ਕੀਤੀ ਗਈ ਹੈ ਉਹ ਕੇਵਲ ਤੇ ਕੇਵਲ ਆਪਣੀ ਸ਼ੋਹਰਤ ਵਾਸਤੇ ਇਲਜ਼ਾਮ ਤਰਾਸ਼ੀ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਾਉਣ ਵਾਸਤੇ ਕੀਤੀ ਗਈ ਹੈ। ਔਰ ਉਹ ਜਿਹੜੇ ਇਹੋ ਜਿਹੇ ਬਿਆਨ ਦਿੱਤੇ ਗਏ ਆ ਅਸੀਂ ਇਸ ਗੱਲ ਦੀ ਬਹੁਤ ਗੰਭੀਰਤਾ ਦੇ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਨ੍ਹਾਂ ਮੈਂਬਰ ਸਾਹਿਬਾਨਾਂ ਨੇ ਜਿਹੜੇ ਮੈਂਬਰ ਸਾਹਿਬਾਨ ਇਸ ਹਾਊਸ ਦਾ ਜਿਸ ਤਰ੍ਹਾਂ ਮੇਰੇ ਤੋਂ ਬੋਲਣ ਵਾਲੇ ਪਹਿਲਾਂ ਵੀਰਾਂ ਨੇ ਦੱਸਿਆ ਕਿ ਇਸ ਹਾਊਸ ਦਾ ਹਿੱਸਾ ਰਹੇ ਨੇ ਔਰ ਉਹ ਉਨੀ ਦੇਰ ਤੱਕ ਕਦੀ ਉਹਨਾਂ ਨੇ ਇਹੋ ਜਿਹਾ ਸਵਾਲ ਨਹੀਂ ਉਠਾਇਆ ਲੇਕਿਨ ਅੱਜ ਜਿਹੜਾ ਉਹ ਗੱਲ ਕਰ ਰਹੇ ਨੇ ਮੈਂ ਸਮਝਦਾ ਕੇਵਲ ਤੇ ਕੇਵਲ ਉਹ ਆਪਣੀ ਸ਼ੋਹਰਤ ਲੈਣ ਵਾਸਤੇ ਔਰ ਇਲਜ਼ਾਮ ਤਰਾਸ਼ੀ ਲਾਉਣ ਵਾਸਤੇ ਉਹ ਕਰ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਹੇਠ ਅੱਜ ਤੱਕ ਜਿਹੜੇ ਟਰਸਟ ਚੱਲ ਰਹੇ ਨੇ ਉਹ 7 ਟਰਸਟ ਚੱਲਦੇ ਪਏ ਆ। ਪਹਿਲਾ ਟਰਸਟ ਜਿਹੜਾ ਹੈਗਾ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰਸਟ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਦਾ ਸਿੱਧਾ ਪ੍ਰਬੰਧ ਜਿਹੜਾ ਹੈਗਾ ਉਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਹੈ। ਉਸ ਦੇ ਚੇਅਰਮੈਨ ਜਿਹੜੇ ਨੇ ਉਹ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਖੁਦ ਨੇ ਔਰ ਉਸ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰਸਟ ਸ੍ਰੀ ਅੰਮ੍ਰਿਤਸਰ ਸਾਹਿਬ। दूसरा ट्रस्ट है ननकाना साहब एजुकेशन ट्रस्ट लुधियाना और ये ट्रस्ट भी जो सीधा प्रबंध है ये श्रोमणी गुरुद्वारा प्रबंधक कमेटी के पास है और इसके चेयरमैन भी श्रोमणी गुरुद्वारा प्रबंधक कमेटी का जो प्रधान है इस वे मौजूदा प्रधान है वो आप खुद ने। तीसरा ट्रस्ट जो चल रहा है बाबा बंदा सिंह बहादुर एजुकेशनल ट्रस्ट फतेहगढ़ साहब है और इसके प्रबंध भी जोड़ा वो सीधे तौर के उत्ते श्रोमणी गुरुद्वारा प्रबंधक कमेटी के प्रबंध के अधीन चल रहा है और इसका जो सारा प्रबंध है वो प्रधान श्रोमणी गुरुद्वारा प्रबंधक कमेटी है इसलिए उस ट्रस्ट के प्रधान भी आप खुद ने प्रधान साहब। चौथा ट्रस्ट जो है मीरी पीरी मैडिकल इंस्टीट्यूट ट्रस्ट शाहबाद मारकंडा कुरुक्षेत्र है और इसका सीधा प्रबंध भी श्रोमणी गुरुद्वारा प्रबंधक कमेटी के अधीन है जो कि मौजूदा प्रधान श्रोमणी कमेटी वो उसके प्रधान ने। पंजवा प्रबंध पंजवा जो ट्रस्ट है श्री गुरु ग्रंथ साहब 400 साल मैमोरियल ट्रस्ट फतेहगढ़ साहब है इसका सीधा प्रबंध जोड़ा है वो प्रबंध श्रोमणी गुरुद्वारा प्रबंधक कमेटी के पास है और उसके मौजूदा प्रधान जोड़े ने मौजूदा प्रधान साहब ने वो चेयरमैन ने। छेवां जो ट्रस्ट है वो बाबा गादा सिंह एजुकेशनल ट्रस्ट बरनाला है जिसका अजे तक केस चलता पाया अदालत के केस है उस ट्रस्ट के बरनाले का ट्रस्ट है बाबा गांधा सिंह का। और मैं विशेष तौर पर बेनती करनी चाहूँगा कि जिन्होंने वीर ने अज इल्जाम लाया कि ट्रस्टों के उत्ते और श्रोमणी गुरुद्वारा कमेटी के उत्ते और इस ट्रस्ट के जोड़े चेयरमैन साहब रहे ने बताओ खुद बखुद पहला सरदार सुखदेव सिंह जी ढींसा आप खुद रहे ने और इस वेले जो केस वो चलता पाया और अदालत के चल रहा है बाबा जोरावर सिंह बाबा फतेह सिंह ट्रस्ट फतेहगढ़ साहब और ये ट्रस्ट जो श्रोमणी गुरुद्वारा प्रबंधक कमेटी के प्रबंध थले हुण भी चलाया जा रहा है जिसका सीधा प्रबंध उतों के ट्रस्टी साहबान कर रहे हैं और प्रधान साहब उतों के प्रधान ने। सो एक ट्रस्ट साढ़े नाल साढ़े कोले जो श्रोमणी गुरुद्वारा प्रबंधक कमेटी के हैं और इन्हों के विशेष तौर पर मैं कहना चाहना कि इसके जो मैंबर ने इस ट्रस्ट के जो मैंबर साहबान ने वो श्रोमणी गुरुद्वारा प्रबंधक कमेटी के मैंबर साहबान ने और इस ट्रस्ट के जो मैंबर है कोई भी मैंबर जो उस टाइम बन सकता है और मौजूदा जो ट्रस्ट के मैंबर ने उन्होंने बारे भी जो चाहो तुम ਉਹਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਸੋ ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਜਿਹੜਾ ਇਹ ਟਰਸਟਾਂ ਦੇ ਬਾਰੇ ਇਹੋ ਜਿਹੇ ਬਿਆਨ ਦਿੱਤੇ ਗਏ ਨੇ ਇਹ ਬਿਲਕੁਲ ਤੱਥਹੀਨ ਹੈ ਔਰ ਦੱਸਣਾ ਚਾਹੁੰਦੇ ਹਾਂ ਕਿ ਟਰਸਟ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੀ ਖੁਦ ਇਹ ਜਾਇਦਾਦ ਹੈ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਦੇ ਇਹ ਸਿੱਧਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਥੱਲੇ ਹੈ।
ਇਹਨਾਂ ਦੇ ਚੇਅਰਮੈਨ ਵਜੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸੇਵਾਵਾਂ ਨਿਭਾਉਂਦੇ ਨੇ ਅਤੇ ਇਹਨਾਂ ਟਰਸਟਾਂ ਦਾ ਜਿਹੜਾ ਸੈਕਟਰੀ ਹੁੰਦਾ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਹੁੰਦਾ ਹੈ ਔਰ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਸਕੱਤਰ ਥੱਲੇ ਚੱਲ ਰਿਹਾ ਹੁੰਦਾ ਹੈ। ਕੁਝ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਇਹਨਾਂ ਦੇ ਉੱਤੇ ਰਾਜਸੀ ਕਬਜ਼ਾ ਕੀਤਾ ਹੋਇਆ ਹੈ, ਜਿਹੜਾ ਕਿ ਮੈਂ ਸਮਝਦਾ ਬਿਲਕੁਲ ਨਿਰਮੂਲ ਹੈ। ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ, ਤੱਥਾਂ ਤੋਂ ਹੀਨ ਹੈ। ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਨਾਲ ਚੱਲ ਰਹੇ ਅਦਾਰਿਆਂ ਬਾਰੇ, ਚਾਹੇ ਉਹ ਐਜੂਕੇਸ਼ਨਲ ਨੇ, ਚਾਹੇ ਵਿਦਿਅਕ ਅਦਾਰੇ ਨੇ, ਚਾਹੇ ਸਾਡੇ ਟਰਸਟ ਨੇ, ਚਾਹੇ ਗੁਰਦੁਆਰਾ ਸਾਹਿਬਾਨ ਨੇ, ਚਾਹੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ, ਉਹਨਾਂ ਦੇ ਬਾਰੇ ਗਾਹੇ ਬਗਾਹੇ ਕੁਝ ਮੈਂਬਰ ਸਾਹਿਬਾਨ ਜਾਂ ਕੁਝ ਗਾਹੇ ਬਗਾਹੇ ਕੁਝ ਲੋਕ ਜਿਹੜੇ ਨੇ ਬਿਨਾਂ ਤੱਥ ਤੋਂ ਜਿਹੜੇ ਨੇ ਉਹ ਬਿਆਨ ਦੇ ਕਰਕੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਮੈਂ ਸਮਝਦਾ ਹਾਂ ਬਿਲਕੁਲ ਸਿੱਖ ਪੰਥ ਵਾਸਤੇ ਹਿੱਤ ਵਿੱਚ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਥੱਲੇ ਜਿਹੜੇ ਸਥਾਪਿਤ ਕੀਤੇ ਟਰਸਟੀ ਹੈ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਆਪ ਕਰਦੇ ਨੇ। ਸੋ ਇਸ ਕਰਕੇ ਮੈਂ ਅੱਜ ਵੀ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਦੋਸ਼ ਲਾਉਣ ਵਾਲੇ ਜਿਹੜੇ ਮੈਂਬਰ ਸਾਹਿਬਾਨਾਂ ਨੇ, ਕਾਨੇ ਕੇ ਸਾਹਿਬ ਤੇ ਉਹਨਾਂ ਦੇ ਨਾਲ ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਸਾਰੇ ਸਾਡੇ ਸਤਿਕਾਰਯੋਗ ਮੈਂਬਰ ਨੇ, ਇਸ ਹਾਊਸ ਦੇ ਉਹ ਮੈਂਬਰ ਨੇ ਔਰ ਪਿਛਲੇ ਸਾਡੇ ਨਾਲ ਉਹ ਐਗਜ਼ੈਕਟਿਵ ਮੈਂਬਰ ਵੀ ਰਹੇ ਨੇ ਔਰ ਜਿੰਨਾ ਚਿਰ ਉਹ ਐਗਜ਼ੈਕਟਿਵ ਮੈਂਬਰ ਵਿੱਚ ਰਹਿੰਦਿਆਂ ਹੋਇਆਂ ਕਦੀ ਉਹਨਾਂ ਨੇ ਅਜਿਹਾ ਸਵਾਲ ਨਾ ਟਰਸਟਾਂ ਬਾਰੇ ਉਠਾਇਆ, ਨਾ ਕਦੀ ਜਾਇਦਾਦਾਂ ਬਾਰੇ ਉਠਾਇਆ। ਮੈਂ ਸਮਝਦਾ ਅੱਜ ਉਹਨਾਂ ਦੇ ਸਵਾਲ ਉਠਾਉਣ ਦੇ ਪਿੱਛੇ ਜਿਹੜੀ ਉਹਨਾਂ ਦੀ ਮਨਸ਼ਾ ਹੈ ਉਹ ਬਹੁਤ ਵੱਡੀ ਲੰਮੀ ਹੈ ਤੇ ਬਹੁਤ ਗਹਿਰੀ ਸਾਜ਼ਿਸ਼ ਹੈ, ਜਿਸ ਦੀ ਕਿ ਆਪਾਂ ਅਖਬਾਰਾਂ ਦੇ ਵਿੱਚੋਂ ਉਹਦਾ ਜਾਣਕਾਰੀ ਲੈਣੀ ਕੋਈ ਬਹੁਤੀ ਔਖੀ ਨਹੀਂ ਹੈਗੀ। ਸੋ ਇਸ ਕਰਕੇ ਜਿਹੜਾ ਅੱਜ ਇੱਕ ਜਿਹੜੀ ਵਿਸ਼ੇਸ਼ ਤੌਰ ਤੇ ਗੱਲ ਕਹਿਣੀ ਚਾਹੂੰਗਾ, ਜਿਹੜਾ ਮਸਤੂਆਣਾ ਦਾ ਟਰਸਟ ਹੈ ਜਿਹੜਾ ਅੱਜ ਵੀ ਚੱਲ ਰਿਹਾ ਹੈਗਾ, ਮਸਤੂਆਣਾ ਦਾ ਜਿਹੜਾ ਟਰਸਟ ਹੈ ਉਹਦੇ ਜਿਹੜੇ ਚੇਅਰਮੈਨ ਨੇ ਢੀਂਡਸਾ ਸਾਹਿਬ ਅੱਜ ਵੀ ਮੌਜੂਦ ਨੇ। ਜੇ ਉਹ ਇਸ ਤੇ ਇਲਜ਼ਾਮ ਲਾਉਂਦੇ ਨੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੇ ਜਿਹੜਾ ਮੌਜੂਦਾ ਉੱਥੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ, ਖੁਦ ਕਬਜ਼ਾ ਕੀਤਾ ਹੋਇਆ, ਜਿਹੜਾ ਕਿ ਗੈਰ ਕਾਨੂੰਨੀ ਕਬਜ਼ਾ ਕੀਤਾ ਹੈ ਔਰ ਉਹ ਉੱਥੋਂ ਦੇ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ, ਉਹਨਾਂ ਨੂੰ ਛੁਡਵਾਉਣਾ ਚਾਹੁੰਦੇ ਨੇ, ਲੇਕਿਨ ਧੱਕੇ ਨਾਲ ਉੱਥੇ ਉਹਨਾਂ ਨੇ ਕਬਜ਼ਾ ਕਰਕੇ ਢੀਂਡਸਾ ਸਾਹਿਬ ਆਪ ਉੱਥੇ ਪ੍ਰਧਾਨ ਨੇ ਔਰ ਉਲਟਾ ਉਹ ਸ਼੍ਰੋਮਣੀ ਕਮੇਟੀ ਦੇ ਪਾਰਦਰਸ਼ੀ ਜਿਹੜਾ ਪ੍ਰਬੰਧ ਹੈ ਉਹਦੇ ਉੱਤੇ ਜਿਹੜਾ ਮੈਂਬਰ ਨੇ, ਸਤਿਕਾਰਯੋਗ ਮੈਂਬਰਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਅਜਿਹੇ ਜਿਹੜਾ ਗੱਲ ਹੈ, ਇਹ ਤੁਹਾਡੇ ਕੋਲ ਇੱਕ ਵੱਡਾ ਹਾਊਸ ਹੈ, ਪ੍ਰਬੰਧ ਹੈ ਸਾਡਾ ਔਰ ਉਹ ਇਸ ਸਾਰੇ ਪ੍ਰਬੰਧ ਨੂੰ ਜਾਣਦੇ ਨੇ। ਸਾਡੇ ਕੱਲ ਬਜਟ ਸੈਸ਼ਨ ਚੱਲਣਾ ਹੈ ਔਰ ਇਹ ਜਨਰਲ ਹਾਊਸ ਹੈ ਹੁੰਦਾ ਐਗਜ਼ੈਕਟਿਵ ਮੈਂਬਰ ਰਹੇ ਨੇ, ਐਗਜ਼ੈਕਟਿਵ ਦੇ ਵਿੱਚ ਗੱਲ ਰੱਖ ਸਕਦੇ ਨੇ, ਹਾਊਸ ਦੇ ਵਿੱਚ ਗੱਲ ਰੱਖ ਸਕਦੇ ਸੀ, ਲੇਕਿਨ ਅਖਬਾਰਾਂ ਦੇ ਵਿੱਚ ਜਾ ਕਰਕੇ ਮੈਂ ਸਮਝਦਾ ਉਹਨਾਂ ਨੇ ਅਜਿਹਾ ਜਿਹੜਾ ਕੀਤਾ ਉਹ ਬਿਲਕੁਲ ਦੇ ਖਿਲਾਫ ਚੰਗੀ ਗੱਲ ਨਹੀਂ ਕੀਤੀ। ਅਸੀਂ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ, ਕੰਡਮ ਕਰਦੇ ਹਾਂ। ਭਾਈ ਸਾਹਿਬ ਆਪਣੇ ਦੋ ਮੈਡੀਕਲ ਟਰਸਟ ਨੇ, ਇੱਕ ਮਿੰਟ ਆਪਾਂ ਕੰਪਲੀਟ ਕਰ ਲਈਏ ਇਹਨਾਂ ਕੋਲ ਹੀ ਆ, ਕੋਈ ਗੱਲ ਉਹ ਇਹਨਾਂ ਕੋਲ ਹੀ ਆ। ਇੱਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਤੇ ਇੱਕ ਜਿਹੜਾ ਬੀਜੇਪੀ ਵਾਲਾ ਟਰਸਟ ਹੈ, ਕੀ ਇਹਦੇ ਚ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਆਪਣੇ 20 ਮੈਂਬਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਮੈਂਬਰ ਬਣ ਸਕਦੇ ਆ, ਮੈਂਬਰ ਕੋਈ ਵੀ ਬਣ ਸਕਦਾ ਨਹੀਂ ਹੈ ਹੋਣਗੇ ਮੌਜੂਦਾ ਹੈਗੇ ਮੌਜੂਦਾ ਹੈਗੇ ਕੋਈ ਵੀ ਬਣ ਸਕਦਾ ਜੀ, ਜਾਣਕਾਰੀ ਹੈ ਨਹੀਂ ਹੈ, ਲੇਕਿਨ ਉਹਦੇ ਵਿੱਚ ਬੇਟਾ ਸਾਹਿਬ ਦੇ ਦਿਓ ਸਾਹਿਬ ਦਾ ਕਹਿ ਰਹੇ ਆ ਉਹ ਵੀ ਦੇ ਦੇਾਂਗੇ ਸਾਰਾ ਸਾਡੇ ਉਹ ਦੇ ਦੇਣੇ ਮੈਡੀਕਲ ਟਰਸਟ ਜਿਹੜਾ ਚੱਲਦਾ ਪਿਆ ਨਹੀਂ ਉਹ ਦੇ ਦੇਣੇ ਸਰਦਾਰ ਸੁਰਜੀਤ ਸਿੰਘ ਜੀ ਭੱਟੇ ਬੈਠੇ ਨੇ, ਇਹ ਮੈਂਬਰ ਨੇ ਉੱਥੇ। ਸਰਦਾਰ ਰਜਿੰਦਰ ਸਿੰਘ ਮਹਿਤਾ ਬੈਠੇ ਨੇ, ਇਹ ਮੈਂਬਰ ਨੇ ਉੱਥੇ। ਕਰਮੂਵਾਲਾ ਸਾਹਿਬ ਉੱਥੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਔਰ ਡਾਕਟਰ ਵਾਂਡਰ ਨੇ ਲੁਧਿਆਣੇ ਦੇ ਡੀਐਮਸੀ ਵਾਲੇ ਵਾਂਡਰ। ਹਾਂ, ਇਹਦੇ ਵਿੱਚ ਮੈਂਬਰ ਨੇ ਡਾਕਟਰ ਹਰਦਾਸ ਸਿੰਘ ਜਿਹੜੇ ਪੂਰੇ ਸੁਖਬੀਰ ਸਿੰਘ ਹੈਗੇ ਮੈਂਬਰ ਹੈਗੇ ਲੈ ਰਹੇ ਪੂਰੇ ਹੋ ਗਿਆ। तो बल्कि श्रोमणी कमेटी का बजट इजलास होना है, उत्थे ही श्रोमणी गुरुद्वारा प्रबंधक कमेटी के वालों भ्रष्टाचार के इल्जामों बेबुनियाद जो है दसिया गया है कि सारे इल्जाम बेबुनियाद ने, इन्होंने इल्जामों का कोई आधार नहीं है। बल्कि श्रोमणी कमेटी का बजट इजलास भी होएगा तो श्रोमणी कमेटी के वालों बकायदा भ्रष्टाचार के सारे इल्जामों बेबुनियाद दसिया गया है, नाल ही पुख्ता सबूत जो ने उन्होंने नाल तत्थां दे नाल जो है वो गल की गई। तो बल्कि श्रोमणी कमेटी का बजट इजलास भी होएगा तो श्रोमणी कमेटी ने भ्रष्टाचार के जो इल्जाम ने उन्होंने सिरे तो नकार दिता है, बेबुनियाद दसिया गया।